ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਸਾਰਾ ਸਮਾਂ ਸਾਨੂੰ ਇੱਕ ਇੱਕ ਨੂੰ ਸੰਭਾਲਿਆ, ਸਾਡੀ ਸਭਨਾਂ ਦੀ ਮਦਦ, ਨਿਗਹਿਬਾਨੀ, ਰਖਵਾਲੀ ਕੀਤੀ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ। ਤਾਂ ਅੱਜ ਇੱਕ ਵਾਰੀ ਫੇਰ ਇਤਵਾਰ ਦੇ ਦਿਨ ਅਸੀਂ ਪਰਮੇਸ਼ਰ ਦੇ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੇ ਹਾਂ। ਬੇਸ਼ੱਕ ਅਸੀਂ ਦੂਰ ਦੂਰ ਹੀ ਹਾਂ, ਇਸ ਮੋਬਾਈਲ ਦੇ ਥਰੂ ਜਾਂ ਇਸ ਮੋਬਾਈਲ ਸਿਸਟਮ ਦੇ ਥਰੂ ਅਸੀਂ ਪਰਮੇਸ਼ਰ ਦੇ ਕਦਮਾਂ 'ਚ ਹਾਂ। ਪਰ ਤੁਸੀਂ ਯਾਦ ਰੱਖੋ, ਤੁਸੀਂ ਇਹ ਨਾ ਸੋਚਿਓ ਅਸੀਂ ਅਲੱਗ-ਅਲੱਗ ਜਗ੍ਹਾ 'ਤੇ ਹਾਂ ਅਤੇ ਅਸੀਂ ਪਰਮੇਸ਼ਰ ਤੋਂ ਦੂਰ ਹਾਂ, ਕਿਉਂਕਿ ਵਚਨ ਕਹਿੰਦਾ ਇਹ ਅਸਮਾਨ ਉਹਦਾ ਸਿੰਘਾਸਨ ਅਤੇ ਇਹ ਜ਼ਮੀਨ ਉਹਦੇ ਪੈਰ ਰੱਖਣ ਦੀ ਕੀ ਆ? ਚੌਂਕੀ ਆ। ਅਸੀਂ ਉਹਦੇ ਪੈਰ ਰੱਖਣ ਦੀ ਚੌਂਕੀ 'ਚ ਜ਼ਮੀਨ 'ਤੇ ਜਿਸ ਜਗ੍ਹਾ 'ਤੇ ਵੀ ਆ ਨਾ, ਅਸੀਂ ਜਦੋਂ ਵੀ ਉਹਦੀ ਹਜ਼ੂਰੀ 'ਚ ਇਕੱਠੇ ਹੁੰਦੇ ਹਾਂ, ਅਸੀਂ ਉਹਦੇ ਕਦਮਾਂ 'ਚ ਬੈਠਦੇ ਹਾਂ। ਤੋ ਇਸ ਕਾਰਨ ਅੱਜ ਫੇਰ ਅਸੀਂ ਪਰਮੇਸ਼ਰ ਦੇ ਉਹਨਾਂ ਪਵਿੱਤਰ ਕਦਮਾਂ ਦੇ ਵਿੱਚ ਹਾਂ। ਤੋ ਆਈਏ ਪਰਮੇਸ਼ਰ ਦਾ ਵਚਨ ਜੋ ਅੱਜ ਸਾਡੇ ਆਤਮਿਕ ਖੁਰਾਕ ਆ, ਉਹ ਅਸੀਂ ਸੁਣਨ ਲਈ ਜਾ ਰਹੇ ਹਾਂ, ਉਹ ਸਮਝਣ ਲਈ ਜਾ ਰਹੇ ਹਾਂ। ਤੋ ਸਭ ਲੋਕ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਆਪਣੇ ਉੱਪਰ ਪਵਿੱਤਰ ਆਤਮਾ ਦਾ ਅਭਿਸ਼ੇਕ ਕਰਦੇ ਹੋਏ ਔਰ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਹੱਥਾਂ ਸੌਂਪਦੇ ਹੋਏ ਇਸ ਜਗ੍ਹਾ 'ਤੇ ਬੈਠਣਾ, ਜਿੱਥੇ ਜਿੱਥੇ ਵੀ ਹੋ ਤੁਸੀਂ, ਤਾਂ ਕਿ ਪਰਮੇਸ਼ਰ ਦਾ ਵਚਨ ਜੋ ਅਸੀਂ ਸੁਣੀਏ ਸਾਨੂੰ ਸਮਝ ਆਵੇ। ਅਤੇ ਜਦੋਂ ਇਹ ਸਾਨੂੰ ਸਮਝ ਆਵੇਗਾ ਤਾਂ ਫਿਰ ਇਹ ਸਾਡੇ ਜੀਵਨਾਂ 'ਚ ਕੰਮ ਵੀ ਆਵੇਗਾ। ਤੋ ਇਹ ਅੱਜ ਦੀ ਕਲਾਸ ਹੈ ਥੋੜ੍ਹੀ ਔਖੀ, ਪਰ ਔਖਿਆਂ ਵਚਨਾਂ ਨੂੰ ਸੌਖਾ ਕਰਕੇ ਦੇਣ ਵਾਲਾ ਪਰਮੇਸ਼ਰ ਆ। ਜੋ ਗੱਲਾਂ ਸਾਡੀ ਸਮਝ 'ਚੋਂ ਬਾਹਰ ਨੇ, ਜੋ ਗੱਲਾਂ ਸਾਡੀ ਸਮਝ 'ਚ ਆਸਾਨੀ ਨਾਲ ਨਹੀਂ ਆਉਂਦੀਆਂ, ਪਰਮੇਸ਼ਰ ਪਵਿੱਤਰ ਆਤਮਾ ਦੀ ਸਾਮਰਥ ਦੇ ਦੁਆਰਾ, ਪਰਮੇਸ਼ਰ ਪਵਿੱਤਰ ਆਤਮਾ ਦੀ ਮਦਦ ਦੇ ਦੁਆਰਾ ਉਹਨਾਂ ਗੱਲਾਂ ਨੂੰ, ਉਹਨਾਂ ਚੀਜ਼ਾਂ ਨੂੰ ਸੌਖੇ ਤਰੀਕੇ ਦੇ ਨਾਲ, ਸਰਲ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕਿ ਅਸੀਂ ਸਮਝ ਸਕੀਏ, ਸਾਨੂੰ ਸਮਝਣ ਦਾ ਬਲ ਬਖਸ਼ਦਾ ਆ। ਤਾਂ ਆਈਏ ਪਰਮੇਸ਼ਰ ਦਾ ਵਚਨ ਅਸੀਂ ਅੱਜ ਦੇ ਧਿਆਨ ਦੇ ਲਈ ਜੋ ਹੈ ਪੜ੍ਹਨ ਲਈ ਜਾ ਰਹੇ ਹਾਂ। ਯਾਕੂਬ ਦੀ ਪੱਤਰੀ ਉਹਦਾ 1 ਬਾਬ 13 ਵਚਨ ਪੜ੍ਹਾਂਗੇ। ਯਾਕੂਬ ਦੀ ਪੱਤਰੀ 1 ਬਾਬ 13 ਵਚਨ। ਕੋਈ ਮਨੁੱਖ ਜਦ ਪਰਤਾਇਆ ਜਾਵੇ, ਲਿਖਿਆ ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾਂਦਾ ਹਾਂ। ਭਈ ਇਹ ਨਾ ਆਖੇ ਕਿ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾਂਦਾ ਹਾਂ, ਕਿਉਂ ਜੋ ਪਰਮੇਸ਼ਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ। ਹਾਂ, ਪਰਮੇਸ਼ਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ, ਭਾਵ ਕਿ ਪਰਮੇਸ਼ਰ ਬਦੀਆਂ ਤੋਂ ਕਿਸੇ ਨੂੰ ਪਰਤਾਉਂਦਾ ਨਹੀਂ ਆ, ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ। ਨਾ ਉਹ ਆਪ ਕਿਸੇ ਨੂੰ ਕੀ ਕਰਦਾ ਆ? ਪਰਤਾਉਂਦਾ ਆ। ਇਹਨਾਂ ਵਚਨਾਂ ਨੂੰ ਅਸੀਂ ਸਿੱਖਣ ਲਈ ਤੁਸੀਂ ਆਪਣੇ ਮੋਬਾਈਲ ਸਕਰੀਨ 'ਤੇ ਦੇਖ ਸਕਦੇ ਹੋ। ਅੱਜ ਦਾ ਵਿਸ਼ਾ ਆ ਅਜਮਾਇਸ਼ ਅਤੇ ਪਰਖ। ਅਜਮਾਇਸ਼ ਔਰ ਪਰਤਾਵਾ, ਇਹ ਦੋਵੇਂ ਚੀਜ਼ਾਂ ਕੀ ਨੇ? ਕਈ ਵਾਰ ਅਸੀਂ ਇਹਨਾਂ ਦੋਨਾਂ ਲਫ਼ਜ਼ਾਂ ਨੂੰ ਇੱਕ ਸਮਝਦੇ ਹਾਂ, ਪਰ ਨਹੀਂ, ਇਹਨਾਂ ਦੋਨਾਂ ਦੇ ਅਲੱਗ-ਅਲੱਗ ਮਤਲਬ ਨੇ। ਸਾਡੇ ਜੀਵਨ 'ਚ ਅਜਮਾਇਸ਼ ਕੀ ਆ ਅਤੇ ਸਾਡੇ ਜੀਵਨ 'ਚ ਪਰਤਾਵਾ ਕੀ ਆ? ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਸਿੱਖਾਂਗੇ, ਫਿਰ ਸਾਨੂੰ ਇਹਨਾਂ ਚੀਜ਼ਾਂ ਦਾ ਅਜਮਾਇਸ਼ ਔਰ ਪਰਤਾਵੇ ਦੇ ਵਿੱਚ ਫਰਕ ਕੀ ਆ, ਅੰਤਰ ਕੀ ਆ, ਉਹ ਚੀਜ਼ ਸਮਝ ਆਏਗਾ। ਤੋ ਅੱਜ ਦੀ ਇਹ ਜੋ ਕਲਾਸ ਆ, ਮੈਂ ਚਾਹੁੰਦਾ ਤੁਸੀਂ ਸਭ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਹੱਥਾਂ 'ਚ ਦਿੰਦੇ ਹੋਏ, ਆਪਣੇ ਸਰੀਰ, ਪ੍ਰਾਣ, ਆਤਮਾ ਨੂੰ ਪਵਿੱਤਰ ਆਤਮਾ ਦੀ ਸਪੁਰਦੀ 'ਚ ਦਿੰਦੇ ਹੋਏ ਇਹਨਾਂ ਵਚਨਾਂ ਨੂੰ ਸੁਣਨਾ, ਤਾਂ ਕਿ ਇਹ ਵਚਨ ਸਾਨੂੰ ਸਮਝ ਆਏ। ਇਹ ਜੋ ਵੀ ਅਸੀਂ ਗੱਲਾਂ ਕਰਾਂਗੇ, ਜੋ ਵੀ ਪਰਮੇਸ਼ਰ ਦਾ ਵਚਨ ਸਾਡੇ ਨਾਲ ਬੋਲੇਗਾ, ਇਹ ਸਾਡੇ ਰੋਜ਼ਮਰਾ ਦੀ ਜ਼ਿੰਦਗੀ 'ਚ ਹੁੰਦਾ ਆ। ਇਹ ਸਾਡੀ ਜ਼ਿੰਦਗੀਆਂ ਨਾਲ ਪੂਰਾ ਸੰਬੰਧ ਰੱਖਦਾ ਆ। ਇਸ ਕਾਰਨ ਤੁਸੀਂ ਸਭ ਇਹਨਾਂ ਵਚਨਾਂ ਨੂੰ ਧਿਆਨ ਦੇ ਨਾਲ ਸੁਣਨਾ, ਸਮਝਣਾ। ਜਦੋਂ ਇਹਨਾਂ ਨੂੰ ਸੁਣ ਲਵਾਂਗੇ, ਜਦੋਂ ਸਮਝ ਲਵਾਂਗੇ, ਫਿਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਸੇ 'ਤੇ ਚੱਲ ਵੀ ਪਵਾਂਗੇ। ਤਾਂ ਆਈਏ ਇੱਕ ਵਾਰ ਫਿਰ ਪੜ੍ਹਦੇ ਹਾਂ ਅਸੀਂ ਇਸ ਵਚਨ ਨੂੰ। ਪੜ੍ਹੀਏ। ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾਂਦਾ ਹਾਂ। ਹਾਂ, ਕਿਉਂ ਜੋ ਪਰਮੇਸ਼ਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ। ਦੇਖੋ, ਕਹਿੰਦਾ ਕੋਈ ਮਨੁੱਖ ਜਦੋਂ ਪਰਤਾਇਆ ਜਾਵੇ, ਪਰਮੇਸ਼ਰ ਪਰਤਾਵੇ 'ਚ ਨਹੀਂ ਪਾਉਂਦਾ।
परमेशर अजमाइश च पाउंदा आ। परतावा पाउणा परमेशर दा काम नहीं आ, पर परखना परमेशर दा काम आ। ਜਦੋਂ ਜਦੋਂ ਅਸੀਂ ਇਸ ਕਲਾਸ 'ਚ ਵੱਧਦੇ ਜਾਵਾਂਗੇ ਇਸ ਪਰਤਾਵੇ ਦੇ ਬਾਰੇ ਔਰ ਅਜਮਾਇਸ਼ ਦੇ ਬਾਰੇ ਅਸੀਂ ਸਿੱਖਦੇ ਜਾਵਾਂਗੇ, ਸਾਨੂੰ ਸਮਝ ਆਉਂਦਾ ਜਾਵੇਗਾ। ਪਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਮਸੀਹੀ ਹਰ ਰੋਜ਼ ਅਜਮਾਇਸ਼ ਵਿੱਚੋਂ ਦੀ ਗੁਜ਼ਰਦੇ ਨੇ। ਹਰ ਰੋਜ਼ ਮਸੀਹੀਆਂ ਉੱਤੇ ਹਰ ਰੋਜ਼ ਅਜਮਾਇਸ਼ ਆਉਂਦੀ ਆ ਔਰ ਹਰ ਰੋਜ਼ ਵਿਸ਼ਵਾਸੀਆਂ ਉੱਪਰ ਆਤਮਿਕ ਤੀਰ ਵੀ ਛੱਡੇ ਜਾਂਦੇ ਨੇ। पर अगे वादे अते पक्के मसीही वो ने, याद रखो ये काम हर रोज़ साडे जीवनां दे विच हुंदे ने। अजमाइश रोज़ आउंदी आ, शैतान वालों तीर की हुंदे ने रोज़ ही छड्डे जांदे ने। पर अगे वधे होए और पक्के और स्थिर विश्वासी और मसीही वो ने जो अपनियां ढालां नूं थल्ले करके समर्पण करन तो इनकार करदे ने। तीर आउणगे, शैतान वालों तीर छड्डे जाणगे, पर परमेश्वर ने उन्हां सारियां तीरां दा सामना करन दे लई साडे हत्थ दे विच विश्वास दी ढाल भी दित्ती है। पक्के विश्वासी वो ने जिहड़े विश्वास दीयां ढालां नूं उन्हां अगन बाणां दे अगे करदे ने। पक्के विश्वासी वो ने जिहड़े दृढ़ता दे नाल खड़े रहिंदे ने। ते पक्के विश्वासी वो नहीं आ जिहड़े कि अपनियां ढालां नूं थल्ले कर लैंदे ने ते समर्पण करते ने ते इन्हां सब गल्लां नूं सहण तो इनकार करते ने। फिर वो विश्वासी जो अजमाइश विचों दी लंघदे ने, अजमाइशां रोज़ आउंदियां ने, पर वो विश्वासी जिहड़े अजमाइश विचों लंघदे ने ते अजमाइश दे विच पै के पाप करदे ने। अजमाइश दे विच पै के परतावे दे नाल वो पाप करते ने, चाहे पाप जिड्डा मर्जी वड्डा आ चाहे पाप जिन्ना मर्जी छोटा आ, पाप पाप ही हुंदा आ। अजमाइश च आके परतावे च पै के जदों वो पाप करते ने तो वो आत्मिक पैरालाइज हो चुके ने। तुसीं पैरालाइज इंसान वेखदे हो, वो हाँ दिखदा आ कि हाँ वो है, पर वो कुछ करन जोगा नहीं, ना तो अपने हथ हिला सकता ना अपने पैर हिला सकता। उहदे तो किसी नूं कोई भी खतरा नहीं। खास करके इहो जे पैरालाइज होए विश्वासियों तो शैतान नूं कुछ भी खतरा नहीं आ। इस कारण याद रखो अजमाइशां हर रोज़ आउंदियां ने। एक दुआ जदों मैं सुनदा वां, जदों रबानी दुआ लोग पढ़ते हैं, साडे बाप जो तू आसमान ते है तेरा नाम पाक मन्निया जाए, फिर वो एंड ते कहते हैं अजमाइश तो बचा। आज जो भी भेद खुलेगा अजमाइश है कि आओ, अजमाइश नहीं आओ। जो असीं अगे वधांगे पढ़ांगे की कहा गया उत्थे, अजमाइश तो बचन वास्ते नहीं कि अजमाइशां आउणियां ने, हर रोज़ आउणियां ने और ये अजमाइशां साडे लई चंगियां ने। इस कारण जो आत्मिक जो विश्वासी इन्हां अजमाइशां दे विचों दी गुजरदे होए पाप कर लैंदे ने परतावे च पै के, वो आत्मिक पैरालाइज हो चुके ने। ते फिर वो अपनी आत्मिक राह उत्ते जां अपने उस सही तरीके ते तद तक नहीं चल सकते जद तक वो अपने स्वर्गी पिता दे नाल अपना हिसाब किताब ठीक नहीं कर लेंदे। हुण मैं छोटी जी एक उदाहरण दवांगा। जिस तरह मान लो बच्चे भी कहते हैं, नौजवान कहते हैं साडे को पाप होया, शैतान ने साडे को करवा दिता। समझदार भी कहते हैं साडे को गलती हो, शैतान ने करवा दी। इस तरह हर एक का बहाना यही हुंदा शैतान ने करवा दिता। एक छोटी जी मैं कहानी दसांगा, किते सुनी सी। एक माँ और एक बेटा, माँ बाजार जा रही सी ते बेटे नूं एक सुनेहा दिता उन्हें कि बेटा मैं बाजार जा रही हाँ ते ओ घर दे विच जिहड़ा शहद दा डब्बा रखिया तू नहीं खाना। बेटे ने कहा ठीक है मम्मा नहीं खावांगा मैं। पर जो वापस आई आ उन्हें वेख्या कि बेटे दे हत्थां दीयां उंगलां 'च कुछ शहद लगा और उहदे मूँह ते भी लगा है। मतलब मां ने एक टेस्ट रखिया कि बेटा इस टेस्ट चो की होना ही तू पास होना, पर बच्चा परतावे च पै गया।
ਇਸੇ ਤਰ੍ਹਾਂ ਆਦਮ ਤੇ ਹਵਾ ਦੇ ਨਾਲ ਹੋਇਆ। ਅਜਮਾਇਸ਼ ਕੀ ਆ? ਅਜਮਾਇਸ਼ ਨੂੰ ਕਹਿੰਦੇ ਨੇ ਟੈਸਟ। ਜਦੋਂ ਅਸੀਂ ਪਰਖੇ ਜਾਂਦੇ ਆ ਉਦੋਂ ਸਾਡਾ ਟੈਸਟ ਹੋ ਰਿਹਾ, ਅਜਮਾਇਸ਼ ਹੋ ਰਹੀ ਆ। ਤੇ ਜਦ ਤੱਕ ਤੁਸੀਂ ਪਰਖੇ ਨਾ ਜਾਓ, ਜਦ ਤੱਕ ਤੁਹਾਡਾ ਟੈਸਟ ਨਾ ਹੋਏਗਾ ਤੇ ਕਿਸ ਤਰ੍ਹਾਂ ਤੁਸੀਂ ਅੱਗੇ ਵਧੋਗੇ? ਇਸ ਕਾਰਨ ਉਹ ਜਿਹੜੀ ਰਵਾਨੀ ਦਵਾਜ ਕਹਿੰਦੇ ਆ ਨਾ, ਅਜਮਾਇਸ਼ ਤੋਂ ਬਚਾ, ਉਹਨੂੰ ਬੰਦ ਕਰ ਦਿਓ। ਉਹ ਲਫ਼ਜ਼ ਹੋ ਰਿਹਾ। ਅਜਮਾਇਸ਼ ਹੋਣੀ ਜ਼ਰੂਰੀ ਆ। ਅਜਮਾਇਸ਼ ਦਾ ਮਤਲਬ ਟੈਸਟ ਜਾਂ ਪਰਖ। ਤੁਹਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਕਾਲਜਾਂ 'ਚ ਪੜ੍ਹਦੇ ਨੇ, ਸਾਲ ਦੇ ਵਿੱਚ ਕਿੰਨੀ ਵਾਰ ਉਹਨਾਂ ਦੀ ਅਜਮਾਇਸ਼ ਹੁੰਦੀ ਆ, ਟੈਸਟ ਹੁੰਦੇ ਨੇ। ਜਦੋਂ ਉਹ ਟੈਸਟ ਕਲੀਅਰ ਕਰਦੇ ਨੇ ਤੇ ਫਿਰ ਅੱਗੇ ਵਧਦੇ ਨੇ। ਟੈਸਟਾਂ ਦੇ ਦੁਆਰਾ ਅੱਗੇ ਵਧਿਆ ਜਾਂਦਾ ਆ। ਤੁਹਾਡੇ ਜੀਵਨ 'ਚ ਜੋ ਅਜਮਾਇਸ਼ਾਂ ਆ ਰਹੀਆਂ ਨੇ ਉਹ ਤੁਹਾਨੂੰ ਅੱਗੇ ਵਧਾਉਣ ਦੇ ਲਈ ਨੇ। ਅਜਮਾਇਸ਼ ਦਾ ਮਤਲਬ ਹੈ ਟੈਸਟ ਤੇ ਪਰਤਾਵੇ ਦਾ ਮਤਲਬ ਹੈ ਟੈਂਪਟੇਸ਼ਨ। ਹੁਣ ਜਦੋਂ ਤੁਸੀਂ ਕਿਤੇ ਆਪਣਾ ਟੈਸਟ ਦੇਣ ਜਾਂਦੇ ਹੋ, ਤੁਸੀਂ ਕਹਿੰਦੇ ਹੋ ਅੱਜ ਮੇਰਾ ਟੈਸਟ ਆ, ਅੱਜ ਮੇਰੀ ਅਜਮਾਇਸ਼ ਹੈ ਕਿ ਮੇਰਾ ਪਰਤਾਵਾ ਆ। ਇਸ ਕਰਕੇ ਇਹਨਾਂ ਦੋਨਾਂ ਲਫ਼ਜ਼ਾਂ ਦਾ ਮਤਲਬ ਸਮਝਣਾ ਜ਼ਰੂਰੀ ਆ। ਅਜਮਾਇਸ਼ ਹੋਣੀ ਜ਼ਰੂਰੀ ਆ, ਪਰ ਅਜਮਾਇਸ਼ ਦੇ ਦੌਰਾਨ ਪਰਤਾਵੇ 'ਚ ਫਸ ਜਾਣਾ ਉਹ ਬੁਰਾ ਆ। ਅੱਗੇ ਜਾ ਕੇ ਅਸੀਂ ਭੇਦ ਖੋਲਾਂਗੇ। ਇਸੇ ਤਰ੍ਹਾਂ ਆਦਮ ਔਰ ਹਵਾ ਦੇ ਸਾਹਮਣੇ ਇੱਕ ਅਜਮਾਇਸ਼ ਸੀ ਕਿ ਤੁਸੀਂ ਇਹ ਵਾਲਾ ਫਲ ਨਹੀਂ ਖਾਣਾ। ਉਹਨਾਂ ਦਾ ਟੈਸਟ ਸੀ। ਪਰ ਸ਼ੈਤਾਨ ਆਇਆ, ਉਹਨਾਂ ਦੇ ਮਨ 'ਚ ਕੁਝ ਲਾਲਚ ਪਾਏ, ਉਹਨਾਂ ਨੂੰ ਪਰਤਾਵੇ 'ਚ ਪਾਇਆ ਤੇ ਉਹ ਪਰਤਾਵੇ 'ਚ ਫਸ ਕੇ ਕੀ ਕਰ ਗਏ? ਪਾਪ ਕਰ ਗਏ। ਇਹ ਆ ਟੈਸਟ ਔਰ ਟੈਂਪਟੇਸ਼ਨ 'ਚ ਫਰਕ। ਇਹ ਆ ਪਰਤਾਵੇ ਔਰ ਅਜਮਾਇਸ਼ 'ਚ ਫਰਕ। ਅਜਮਾਇਸ਼ਾਂ ਆਉਣਗੀਆਂ, ਅਜਮਾਇਸ਼ਾਂ ਆਉਣਗੀਆਂ ਔਰ ਅਜਮਾਇਸ਼ਾਂ ਆਉਣੀਆਂ ਜ਼ਰੂਰੀ ਨੇ। ਜੇ ਅਜਮਾਇਸ਼ਾਂ ਨਹੀਂ ਆਉਂਦੀਆਂ, ਜੇ ਤੁਹਾਡੇ ਟੈਸਟ ਨਹੀਂ ਹੁੰਦੇ, ਜੇ ਤੁਹਾਨੂੰ ਪਰਖਿਆ ਨਹੀਂ ਜਾਂਦਾ ਤੇ ਤੁਸੀਂ ਕਦੇ ਅੱਗੇ ਨਹੀਂ ਵਧ ਸਕਦੇ। ਪਰਮੇਸ਼ਰ ਦਾ ਵਚਨ ਕਹਿੰਦਾ ਨਾ, ਜਦੋਂ ਉਹ ਮੈਨੂੰ ਤਾਏ ਤੇ ਮੈਂ ਕਿਹਦੇ ਵਾਂਗੂ ਨਿਕਲਾਂ, ਜਦੋਂ ਉਹ ਮੇਰਾ ਟੈਸਟ ਲਵੇ ਤੇ ਮੈਂ ਪਾਸ ਹੋਵਾਂ। ਮੇਰੇ ਪਿਆਰਿਓ, ਪਿਆਰੇ ਵਿਸ਼ਵਾਸੀਓ, ਪਰਮੇਸ਼ਰ ਦੇ ਪਿਆਰੇ ਬੇਟੇ ਬੱਚਿਓ, ਤੁਹਾਡੇ ਟੈਸਟ ਹੋਣੇ ਜ਼ਰੂਰੀ ਨੇ। ਜੇਕਰ ਇਹ ਟੈਸਟ ਨਹੀਂ ਹੋਣਗੇ, ਇਹ ਅਜਮਾਇਸ਼ਾਂ ਨਹੀਂ ਹੋਣਗੀਆਂ, ਤੁਸੀਂ ਕਦੇ ਵੀ ਅੱਗੇ ਨਹੀਂ ਵਧੋਗੇ। ਤੇ ਜੇ ਅਜਮਾਇਸ਼ ਆ ਕੇ ਤੁਸੀਂ ਪਰਤਾਵਾ ਤੁਹਾਡੇ ਤੋਂ ਉੱਪਰ ਆ ਗਿਆ, ਤੁਸੀਂ ਪਾਪ ਕਰ ਲਿਆ, ਤੇ ਤੁਸੀਂ ਫੇਰ ਦੁਬਾਰਾ ਉਸ ਰਸਤੇ ਤੇ ਤਦ ਤੱਕ ਨਹੀਂ ਆ ਸਕਦੇ ਜਦ ਤੱਕ ਤੁਸੀਂ ਆਪਣੇ ਯਹੋਵਾ ਪਰਮੇਸ਼ਰ ਦੇ ਨਾਲ ਆਪਣੇ ਸੰਬੰਧ ਨੂੰ ਠੀਕ ਨਹੀਂ ਕਰਦੇ। ਸਿੱਧੀ ਉਦਾਹਰਨ ਸਾਡੇ ਕੋਲ ਪਰਮੇਸ਼ਰ ਦੇ ਵਚਨਾਂ 'ਚ ਸਟਾਰਟਿੰਗ ਤੇ ਹੀ ਆ। ਆਦਮ ਹਵਾ ਨੇ ਪਾਪ ਕੀਤਾ ਔਰ ਉਹਦਾ ਦੰਡ, ਉਹਦੀ ਸਜ਼ਾ ਅੱਜ ਤੱਕ ਸਾਰੀ ਮਾਨਵ ਜਾਤੀ ਕੀ ਕਰ ਰਹੀ ਆ? ਸਹਿ ਰਹੀ ਆ। ਫਿਰ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਜਿਹੜਾ ਸੰਬੰਧ ਵਿਗੜਿਆ ਸੀ, ਉਸ ਸੰਬੰਧ ਨੂੰ ਫਿਰ ਕੀ ਕਰ ਦਿੱਤਾ ਗਿਆ ਆ? ਬਹਾਲ ਕਰ ਦਿੱਤਾ ਗਿਆ। ਅਜਮਾਇਸ਼ ਆਈ, ਟੈਸਟ ਹੋਇਆ, ਪਰ ਪਰਤਾਵੇ 'ਚ ਆ ਕੇ ਉਸ ਟੈਸਟ 'ਚੋਂ ਫੇਲ ਹੋ ਗਏ ਔਰ ਅੱਜ ਤੱਕ ਸਾਰੀ ਮਾਨਵ ਜਾਤੀ ਉਹਦਾ ਖਮਿਆਜਾ ਭੁਗਤ ਰਹੀ ਸੀ। ਪਰ 2000 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਆ ਕੇ ਉਹ ਸਾਰਾ ਸਿਸਟਮ ਕੀ ਕਰ ਦਿੱਤਾ ਆ? ਸਹੀ ਕਰ ਦਿੱਤਾ ਆ। ਇਸੇ ਤਰ੍ਹਾਂ ਤੁਹਾਡੇ ਜੀਵਨਾਂ 'ਚ ਵੀ ਜੇਕਰ ਤੁਸੀਂ ਪਰਤਾਵੇ 'ਚ ਆ ਕੇ ਗਲਤੀ ਕਰਦੇ ਹੋ, ਚਾਹੇ ਪਾਪ ਛੋਟਾ ਹੈ ਚਾਹੇ ਵੱਡਾ ਆ, ਤਦ ਤੱਕ ਤੁਹਾਡਾ ਦੁਬਾਰਾ ਸਿਸਟਮ ਸਹੀ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਯਹੋਵਾ ਪਰਮੇਸ਼ਰ ਦੇ ਨਾਲ ਆਪਣੇ ਸੰਬੰਧ ਨੂੰ ਕੀ ਨਹੀਂ ਕਰਦੇ। ਜਦ ਤੱਕ ਤੁਸੀਂ ਆਪਣੀਆਂ ਇਹਨਾਂ ਪਾਪ ਕਰਨ ਦੀਆਂ ਆਦਤਾਂ ਨੂੰ ਛੱਡਦੇ ਨਹੀਂ ਨਾ, ਤਦ ਤੱਕ ਤੇ ਨਾ ਤੇ ਤੁਹਾਡੀ ਕੋਈ ਆਤਮਿਕ ਤਰੱਕੀ ਹੋ ਸਕਦੀ ਆ, ਨਾ ਕੋਈ ਆਤਮਿਕ ਵਾਧਾ ਹੋ ਸਕਦਾ ਆ, ਤੇ ਨਾ ਹੀ ਆਤਮਿਕ ਵਿਕਾਸ ਹੋ ਸਕਦਾ ਆ। ਯਾਦ ਰੱਖੋ, ਪਰ ਬਾਰ-ਬਾਰ ਪਰਤਾਵਿਆਂ 'ਚ ਪੈ ਕੇ ਤੁਸੀਂ ਪਾਪ ਕਰਦੇ ਹੋ ਜਾਂ ਗਲਤੀ ਕਰਦੇ ਹੋ ਤਾਂ ਤੁਹਾਡਾ ਕੋਈ ਆਤਮਿਕ ਤਰੱਕੀ ਨਹੀਂ ਹੋਵੇਗੀ, ਤੁਹਾਡਾ ਕੋਈ ਆਤਮਿਕ ਵਾਧਾ ਨਹੀਂ ਹੋਵੇਗਾ, ਤੁਹਾਡਾ ਕੋਈ ਆਤਮਿਕ ਵਿਕਾਸ ਨਹੀਂ ਹੋਏਗਾ। ਹਾਂ, ਤੁਸੀਂ ਕਹਿਣ ਨੂੰ ਇੱਕ ਵਿਸ਼ਵਾਸੀ ਹੋਵੋਗੇ, ਪਰ ਉਹ ਤੁਸੀਂ ਅਜਿਹੇ ਵਿਸ਼ਵਾਸੀ ਹੋ ਜਿਨ੍ਹਾਂ ਨੂੰ ਅਧਰੰਗ ਹੋਇਆ, ਜਿਨ੍ਹਾਂ ਨੂੰ ਪੈਰਾਲਾਈਜ਼ ਹੋ ਚੁੱਕਾ ਆ।
ਕਿ ਤੁਸੀਂ ਚਾਹੁੰਦੇ ਹੋ ਤੁਸੀਂ ਇੱਕ ਅਧਰੰਗੀ ਵਿਸ਼ਵਾਸੀ ਬਣ ਕੇ ਜੀਓ, ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹੱਥ ਪੈਰ ਤੁਹਾਡੇ ਆਤਮਿਕ ਹੱਥ ਪੈਰ ਇਸ ਆਤਮਿਕ ਜੀਵਨ 'ਚ ਕੰਮ ਨਾ ਕਰਨ। ਇਸ ਕਾਰਨ ਅਜਮਾਇਸ਼ਾਂ ਆਉਣਗੀਆਂ, ਪਰ ਅਜਮਾਇਸ਼ਾਂ ਦੇ ਵਿੱਚ ਪਰਤਾਵੇ ਦੇ ਅੰਦਰ ਆ ਕੇ ਪਾਪ ਕਰਨਾ ਤੁਹਾਡੇ ਲਈ ਘਾਤਕ ਸਿੱਧ ਹੋਵੇਗਾ। ਉਹ ਹੌਲੀ ਹੌਲੀ ਅਸੀਂ ਇਹਨੂੰ ਸਿੱਖ ਰਹੇ ਹਾਂ, ਹੌਲੀ ਹੌਲੀ ਸਿੱਖਾਂਗੇ ਅਜਮਾਇਸ਼ ਔਰ ਪਰਤਾਵੇ 'ਚ ਫਰਕ ਕੀ। ਅੱਜ ਭਾਗ ਪਹਿਲਾ ਆ, ਐਤਵਾਰ ਨੂੰ ਦੂਸਰਾ ਪਾਠ ਇਹਦਾ ਲੈ ਕੇ ਆਵਾਂਗੇ। ਪਰਤਾਵਾ ਔਰ ਪਰਖ ਦੋਨੇ ਅਲੱਗ-ਅਲੱਗ ਚੀਜ਼ਾਂ ਨੇ। ਹੁਣ ਸਾਡੀ 3 ਤਰੀਕੇ ਨਾਲ ਪਰਖ ਹੋ ਸਕਦੀ ਆ, ਸਾਡੀ 3 ਤਰੀਕੇ ਨਾਲ ਅਜਮਾਇਸ਼ ਹੋ ਸਕਦੀ ਆ। ਨੰਬਰ 1 ਸਾਡੀ ਆਤਮਿਕ ਤੌਰ ਤੇ ਪਰਖ ਹੋ ਸਕਦੀ ਆ। ਉਹਦੇ 'ਚ ਕੀ ਹੋਵੇਗਾ? ਉਹਦੇ 'ਚ ਇਹ ਉਦੋਂ ਹੁੰਦੀ ਆ ਜਦੋਂ ਸ਼ੈਤਾਨ ਤੁਹਾਡੇ ਮਨ ਵਿੱਚ ਸ਼ੱਕ ਪੈਦਾ ਕਰਦਾ। ਆਤਮਿਕ ਅਜਮਾਇਸ਼ ਕੀ ਆ? ਜਦੋਂ ਸ਼ੈਤਾਨ ਤੁਹਾਡੇ ਮਨ ਦੇ ਵਿੱਚ ਸ਼ੱਕ ਪੈਦਾ ਕਰਦਾ ਆ ਕਿ ਸੱਚ ਪਰਮੇਸ਼ਰ ਸਹੀ ਆ, ਇਹ ਵਚਨ ਠੀਕ ਕਹਿ ਰਹੇ ਨੇ, ਵਚਨ ਸਹੀ ਬੋਲ ਰਹੇ ਨੇ। ਜਿਸ ਤਰ੍ਹਾਂ ਆਦਮ ਤੇ ਹਵਾ ਦੇ ਵਿੱਚ ਕੀਤਾ ਉਹਨੇ। ਪਰਮੇਸ਼ਰ ਨੇ ਕਿਹਾ ਸੀ ਨਾ ਇਸ ਫਲ ਤੋਂ ਨਹੀਂ ਖਾਣਾ, ਜਿੱਦਣ ਖਾਓਗੇ ਕੀ ਹੋ ਜਾਵੋਗੇ। ਸ਼ੈਤਾਨ ਆਇਆ, ਆ ਕੇ ਉਹਨਾਂ ਦੇ ਮਨ ਦੇ ਵਿੱਚ ਕੀ ਕੀਤਾ? ਉਹਨੇ ਇੱਕ ਸ਼ੱਕ ਪੈਦਾ ਕੀਤਾ ਕਿ ਇਹ ਪਰਮੇਸ਼ਰ ਸੱਚ ਬੋਲ ਰਿਹਾ। ਉਹਨਾਂ ਨੇ ਸ਼ੈਤਾਨ ਤੇ ਵਿਸ਼ਵਾਸ ਕੀਤਾ, ਨਹੀਂ ਪਰਮੇਸ਼ਰ ਝੂਠਾ ਸ਼ੈਤਾਨ ਸੱਚਾ। ਇਸ ਤਰ੍ਹਾਂ ਮੇਰੇ ਪਿਆਰਿਓ ਤੁਹਾਡੀਆਂ 3 ਤਰੀਕੇ ਨਾਲ ਅਜਮਾਇਸ਼ਾਂ ਹੋ ਸਕਦੀਆਂ। ਨੰਬਰ 1 ਆਤਮਿਕ ਅਜਮਾਇਸ਼ ਆ, ਜਿਹਦੇ ਵਿੱਚ ਸ਼ੈਤਾਨ ਇਹਨਾਂ ਵਚਨਾਂ ਦੇ ਪ੍ਰਤੀ, ਤੁਹਾਡੇ ਆਤਮਿਕ ਜੀਵਨ ਦੇ ਪ੍ਰਤੀ, ਤੁਹਾਡੇ ਜੀਵਨ 'ਚ ਸ਼ੱਕ ਪੈਦਾ ਕਰੇਗਾ ਕਿ ਪਰਮੇਸ਼ਰ ਸਹੀ ਆ। ਕਿ ਜਾਂ ਕਈਆਂ ਦੇ ਮਨ 'ਚ ਸ਼ੱਕ ਪੈਦਾ ਕਰੇਗਾ ਸੱਚ ਕਿ ਮੌਤ ਤੋਂ ਬਾਅਦ ਦਾ ਜੀਵਨ ਹੈ। ਮੈਂ ਪਹਿਲੇ ਵੀ ਇਸ ਚੀਜ਼ ਤੇ ਜ਼ੋਰ ਦੇ ਰਿਹਾ ਸੀ ਕਿ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜੇਕਰ ਕੋਈ ਵਿਸ਼ਵਾਸੀ ਹੈ ਨਾ, ਅਸੀਂ ਕਹਿੰਦੇ ਅਸੀਂ ਵਿਸ਼ਵਾਸੀ ਹਾਂ, ਤੇ ਵਿਸ਼ਵਾਸੀ ਉਹ ਨਹੀਂ ਆ ਜੋ ਜਿਉਂਦੇ ਜੀ ਯਿਸੂ ਮਸੀਹ ਤੇ ਵਿਸ਼ਵਾਸ ਰੱਖਦਾ। ਵਿਸ਼ਵਾਸੀ ਉਹ ਆ ਜਿਹੜਾ ਮਰਨ ਤੋਂ ਬਾਅਦ ਦੇ ਜੀਵਨ ਤੇ ਵੀ ਵਿਸ਼ਵਾਸ ਰੱਖਦਾ। ਵਿਸ਼ਵਾਸੀ ਉਹ ਆ ਕਿ ਅੱਜ ਮੈਂ ਮਰ ਵੀ ਜਾਵਾਂ ਤੇ ਮੇਰੀ ਕਬਰ ਖੁੱਲ ਜਾਵੇਗੀ। ਵਿਸ਼ਵਾਸੀ ਉਹ ਆ ਕਿ ਮੈਂ ਜਿੰਦਾ ਵੀ ਆ, ਯਿਸੂ ਮਸੀਹ ਆਏਗਾ, ਮੈਂ ਉਠਾ ਲਿਆ ਜਾਵਾਂਗਾ। ਵਿਸ਼ਵਾਸੀ ਉਹ ਆ ਜਿਹੜੇ ਯੁਗਾਨ ਯੁਗ ਦੇ ਅਨੰਤ ਕਾਲ ਦੇ ਜੀਵਨ ਤੇ ਵਿਸ਼ਵਾਸ ਰੱਖਦਾ। ਵਿਸ਼ਵਾਸੀ ਉਹ ਆ ਜਿਹੜਾ ਸਵਰਗ ਤੇ ਵਿਸ਼ਵਾਸ ਰੱਖਦਾ। ਵਿਸ਼ਵਾਸੀ ਉਹ ਆ ਜਿਹੜਾ ਯਿਸੂ ਮਸੀਹ ਦੀ ਦੂਸਰੀ ਤੀਸਰੀ ਸਾਰੀਆਂ ਆਮਦਾਂ ਤੇ ਵਿਸ਼ਵਾਸ ਰੱਖਦਾ ਆ। ਇਸ ਕਰਕੇ ਤੁਹਾਡੀ ਆਤਮਿਕ ਪਰਖ ਦੇ ਸਮੇਂ ਇਹ ਸਭ ਖਿਆਲ ਜਾਂ ਵਿਚਾਰ ਜਾਂ ਸ਼ੱਕ ਸ਼ੈਤਾਨ ਤੁਹਾਡੇ ਜੀਵਨ 'ਚ ਪਾਉਣ ਦੀ ਕੋਸ਼ਿਸ਼ ਕਰੇਗਾ ਕਿ ਵਚਨ ਸਹੀ ਕਹਿੰਦਾ, ਕਿ ਪਰਮੇਸ਼ਰ ਸੱਚ ਕਹਿ ਰਿਹਾ, ਇਹ ਬਾਈਬਲ ਸਹੀ ਕਹਿੰਦੀ ਆ। ਇਸ ਕਾਰਨ ਇਹਨਾਂ ਗਲਤ ਫਹਿਮੀਆਂ ਤੋਂ, ਇਹਨਾਂ ਅਜਮਾਇਸ਼ਾਂ ਤੋਂ ਬਚਣਾ, ਕਿਉਂਕਿ ਬਾਈਬਲ ਜੋ ਵੀ ਕਹਿੰਦੀ ਆ ਉਹ ਸੱਚ ਹੀ ਕਹਿੰਦੀ ਆ। ਬਾਈਬਲ ਦੇ ਕਿਸੇ ਵੀ ਵਾਕ ਨੂੰ, ਪਰ ਬਾਈਬਲ ਦੀ ਕਿਸੇ ਵੀ ਇੱਕ ਗੱਲ ਨੂੰ ਅੱਜ ਤੱਕ ਕੋਈ ਵੀ ਸ਼ੈਤਾਨ ਵੀ ਤੇ ਦੁਨੀਆ ਵੀ ਮਗਰ ਪਈ ਆ, ਕੋਈ ਵੀ ਇਹਨੂੰ ਝੂਠਾ ਸਾਬਤ ਨਹੀਂ ਕਰ ਪਾਇਆ ਤੇ ਨਾ ਹੀ ਹੋਏਗੀ, ਕਿਉਂਕਿ ਸੱਚੇ ਯਹੋਵਾ ਦੀ ਲਿਖੀ ਹੋਈ ਬਾਣੀ ਆਏ, ਉਹਦੀ ਆਵਾਜ਼ ਆਏ। ਹਾਲੇਲੂਇਆ, ਹਾਲੇਲੂਇਆ। ਨੰਬਰ 1 ਪਹਿਲਾ ਪਰਤਾਵਾ ਤੁਹਾਡਾ ਕੀ ਹੋ ਸਕਦਾ? ਪਹਿਲੀ ਪਰਖ ਕੀ ਹੋ ਸਕਦੀ ਆ? ਕਿ ਆਤਮਿਕ ਪਰਖ ਤੁਹਾਡੇ ਇਹਨਾਂ ਵਚਨਾਂ ਦੇ ਪ੍ਰਤੀ ਸ਼ੱਕ ਪੈਦਾ ਕਰ ਦੇਗਾ, ਤੁਹਾਡੇ ਆਤਮਿਕ ਜੀਵਨ ਦੇ ਪ੍ਰਤੀ ਸ਼ੱਕ ਆਵੇਗਾ। ਦੂਸਰੀ ਮਾਨਸਿਕ ਤੌਰ ਤੇ, ਦਿਮਾਗੀ ਤੌਰ ਤੇ। ਇਹ ਉਦੋਂ ਹੁੰਦਾ ਆ ਜਦੋਂ ਅਸੀਂ ਕੁਝ ਵੇਖਦੇ ਆ ਜਾਂ ਅਸੀਂ ਕੁਝ ਪੜ੍ਹਦੇ ਆ। ਵੇਖਦੇ ਹੋਏ ਵੀ ਤੇ ਪੜ੍ਹਦੇ ਹੋਏ ਵੀ ਉਹਨਾਂ ਗੱਲਾਂ ਵੱਲੋਂ ਲਾਪਰਵਾਹ ਹੋ ਜਾਂਦੇ ਆ। ਮਾਨਸਿਕ ਪਰਤਾਵਾ ਕੀ ਆ? ਮਾਨਸਿਕ ਅਜਮਾਇਸ਼ ਕੀ ਆ? ਕਿ ਵੇਖਦੇ ਹੋਏ ਵੀ ਤੇ ਪੜ੍ਹਦੇ ਹੋਏ ਵੀ ਉਹਨਾਂ ਗੱਲਾਂ ਤੇ ਧਿਆਨ ਨਹੀਂ ਲਾਉਂਦੇ। ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਕਹਿੰਦਾ ਨਾ, ਤੁਸੀਂ ਇਹਨਾਂ ਚੀਜ਼ਾਂ ਨੂੰ, ਇਹਨਾਂ ਹਾਲਾਤਾਂ ਨੂੰ, ਇਹਨਾਂ ਸਭਨਾਂ ਨੂੰ ਦੇਖਦੇ ਹੋਏ ਵੀ ਤੁਹਾਡੀਆਂ ਐਸੀਆਂ ਨਜ਼ਰਾਂ ਨਹੀਂ ਕਿ ਤੁਸੀਂ ਵੇਖ ਸਕੋ। ਤੁਸੀਂ ਵੇਖਦੇ ਹੋਏ ਵੀ ਕੀ ਜੇ? ਅੰਨੇ ਹੋ। ਇਸ ਕਾਰਨ ਸਰੀਰਕ ਆਤਮਿਕ ਪਰਤਾਵੇ ਤੋਂ ਤੇ ਮਾਨਸਿਕ ਪਰਤਾਵੇ ਤੋਂ ਬਚੀਏ। ਤੇ ਇਹ ਚੀਜ਼ਾਂ ਬਾਅਦ ਚ ਅਜਮਾਇਸ਼ ਦਾ
परतावे अजमाइश तो बचिए, ये चीज़ां बाद च परतावे का कारण बननगियां। इस कारण जदों लगातार असी संसार ते संसारिक गल्लां च लगे रहने हैं ना, लगातार संसार और संसारिक गल्लां च लगे रहने आ, ते फिर ये संसार ते साडा मन लगा रहिंदा है और ये सब गल्लां, ये युद्ध उठदे शुरू हो जाता है। सब तो पहले दिने उठते, सब तो पहले तुसी अखबार देखते हो, अखबार दे विच जो लगातार सब तो सब बुरी तो बुरी ते माड़ी तो माड़ी खबर तुसी पढ़ते हो। ये सब चीज़ां तुहाडे दिमाग विच तनाव और तुहाडे दिमाग दे विच दबाव पैदा करनगियां। मसीही सवेरे उठ के अखबार नहीं पढ़ता, एक विश्वासी सवेरे उठ के न्यूज़ नहीं वेखदा, एक विश्वासी सवेरे उठ के परमेश्वर के वचनां ते ध्यान लाउंदा आ। एक विश्वासी, जो दुनिया ते हो रहा हुंदा रहना है उन्होंने असीं रोक नहीं सकते। जो दुनिया ते घटना घट रही ने वो घटदियां रहनियां ने। इस कारण तुसी दुनिया ते ध्यान ना लाओ, तुसी दुनिया की घटना तो सिर्फ सीखो, उन्हां वल मन लगे रहने की जरूरत नहीं आ, उन्हां वल ध्यान लाए रहने की जरूरत नहीं आ। अज तुसी जो सवेरे अपना टीवी ऑन करते हो तो सब तो पहला तुहानूं कोरोना दीयां खबरां नज़र आउंदियां ने, फलाने देश च इन्ना हो गया, इत्थे आ हो गया, आ हो गया। ये जो तुसी वेखदे हो तुहाडे दिमाग च भी कोरोना वड़ जांदा, तुहाडे दिमाग च भी उस महामारी का डर आया रहिंदा आ, ते वचन भुल जांदे ने। वचन की कहंदा? मैं तेरी हर महामारी तो रक्षा करांगा। ना दिने तेनू सूरज ही कुछ दुख बचाएगा, ना रात चंद्रमा ही तेनू की करेगा। मैं तेरे चारे पासे अग दी बलदी एक कंध हां। ये चीज़ां ही भुल जाने। इस करके मेरे प्यारे, न्यूज़ वेखना जरूरी है, पर हर वेले न्यूज़ां ते ही खबरां ते ही लगे रहना वो गलत है। सवेरे उठ के मसीही न्यूज़ नहीं पढ़ता, देखता न्यूज़ नहीं पढ़ता, सवेरे उठ के परमेश्वर के वचनां ते मन लाउंदा। ये सवेर दे पढ़े तुहाडे वचन, सवेरे सवेरे जो तुसी परमेश्वर के वचनां नाल गल करदे हो तो तुसी सारा दिन आत्मिक तौर पर स्फुर्ति और ताजगी महसूस करते हो। जो सवेरे उठ के तुसी दुनिया दी चिंता वेखदे हो, जो सवेरे उठ के दुनिया दी घटनावां वेखदे हो, सारा दिन चिंता एक घटनावां तुहानूं दबाई रखदियां ने। यह आ मानसिक परख। इस कारण जो तुसी देख रहे हो, जो तुसी कर रहे हो, उन्हां चीज़ां वल साडा ध्यान होना बहुत ही जरूरी है। अगे आ साडी शरीरिक परख। शरीरिक परख की आ कि ये तुहाडे जीवन च कड़वाहट लै आएगी, तुहाडे जीवन च गुस्सा लै आएगी, जिहदे विच तुहानूं गुजरना पवेगा। फिर ये तुहाडी जबान जां तुहाडे शरीर दे द्वारा कुछ ऐसियां गलतियां, कुछ ऐसे पाप करवा देगी जिहड़े तुसीं डिग पाओगे। आत्मिक परख, मानसिक परख ते शरीरक तौर पर परख। मान लो तुसी को काम कर रहे हो, तुसी को बिजनेस करते हो, बिजनेस दे विच तुहानूं पता ये सही आ, ये गलत आ, पर फिर भी तुसी कर रहे हो। सही गलत की पछाण हुंदियां होया भी तुसी कर रहे हो, ते तुसी अपने आप नूं परतावे दे विच पा रहे हो। तुहानूं पता रिश्वत लेना गलत है, तुहानूं पता इस तरीके नाल काम करांगा गलत है, अंडर द टेबल जो भी कर रहे हैं गलत है। जे तुसी तां भी उस चीज़ तो बाज नहीं आ रहे, परख आई, अजमाइश आई आ, पर अजमाइश दे नाल परख तुसी आप लैके आए हो। तो आइए देखते हैं, जिस तरह मैं पहले दस्या अजमाइश का मतलब की आ। अजमाइश का मतलब है परख जां टेस्ट। परतावे का मतलब की आ? टेंपटेशन, परताया जाना। हुण एक टीचर ने तुहानूं कहा कि तुहाडा टेस्ट है, टीचर ने कहा तुहाडा टेस्ट है, टेस्ट मतलब तुहाडी अजमाइश है, तुहाडी परख है, पर परतावा की कहंदा? याद रखे ये उदाहरण है जिहड़ी तुहानूं सौखी समझ आवेगी। परतावे और अजमाइश च फर्क की है। टीचर ने तुहानूं टेस्ट दिता कि पूरी ईमानदारी नाल तैनूं जो आउंदा इत्थे लिख दे। समझ आई? टीचर ने टेस्ट दिता, जो भी तुहानूं
ਤੁਸੀਂ ਜੋ ਵੀ ਹੋ ਨਾ, ਜੋ ਤੁਹਾਡੀ ਨੌਲੇਜ ਆ ਉਹ ਲਿਖ ਦਿਓ। ਪਰ ਪਰਤਾਵਾ ਕੀ ਕਹਿੰਦਾ? ਪਰਤਾਵਾ ਕਹਿੰਦਾ ਤੂੰ ਨਕਲ ਮਾਰ ਕੇ ਪਾਸ ਹੋ ਜਾ। ਇਹ ਹੈ ਪਰਤਾਵੇ ਔਰ ਅਜਮਾਇਸ਼ ਦੇ ਵਿੱਚ ਫਰਕ। ਅਜਮਾਇਸ਼ ਕੀ ਆ? ਕਿ ਤੁਹਾਡਾ ਟੈਸਟ ਆ, ਤੁਸੀਂ ਪੂਰੀ ਇਮਾਨਦਾਰੀ ਦੇ ਨਾਲ ਉਸ ਟੈਸਟ ਨੂੰ ਕੀ ਕਰਨਾ? ਦੇਣਾ। ਪਰ ਪਰਤਾਵਾ ਆ ਕੇ ਕੀ ਕਹਿੰਦਾ? ਪਰਤਾਵਾ ਕਹਿੰਦਾ ਤੂੰ ਚੀਟਿੰਗ ਕਰ, ਤੂੰ ਨਕਲ ਮਾਰ ਤੇ ਪਾਸ ਹੋ। ਮੈਂ ਸੋਚਦਾ ਇਸ ਚੀਜ਼ ਤੋਂ ਤੁਹਾਨੂੰ ਸਮਝ ਲੱਗਦੀ ਹੋਗੀ ਇਹ ਦੋਵੇਂ ਚੀਜ਼ਾਂ ਕੀ ਨੇ। ਆਦਮ ਤੇ ਹਵਾ ਦੇ ਨਾਲ ਵੀ ਇਹ ਹੋਇਆ। ਆਦਮ ਤੇ ਹਵਾ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਆਪਣੇ ਸਰੂਪ ਤੇ ਬਣਾਇਆ ਸੀ, ਔਰ ਪਰਮੇਸ਼ਰ ਨੇ ਕਿਹਾ ਇਹ ਤੁਹਾਡੀ ਪਰਖ ਆ, ਇਹ ਤੁਹਾਡੀ ਅਜਮਾਇਸ਼ ਆ ਕਿ ਤੁਸੀਂ ਇਸ ਦਰਖਤ ਤੋਂ ਫਲ ਨਹੀਂ ਖਾਣਾ। ਪਰ ਸ਼ੈਤਾਨ ਪਰਤਾਵੇ ਦੇ ਰੂਪ ਚ ਆਇਆ। ਕੀ ਕਹਿੰਦਾ ਆ ਕੇ? ਕਹਿੰਦੇ ਤੁਸੀਂ ਮਰੋਗੇ ਨਹੀਂ, ਬਲਕਿ ਪਰਮੇਸ਼ਰ ਵਰਗੇ ਕੀ ਹੋ ਜਾਵੋਗੇ। ਪਹਿਲਾਂ ਵੀ ਉਹ ਪਰਮੇਸ਼ਰ ਵਰਗੇ ਹੀ ਸੀ, ਪਰਮੇਸ਼ਰ ਨੇ ਆਪਣੇ ਸਰੂਪ ਤੇ ਹੀ ਉਹਨਾਂ ਨੂੰ ਬਣਾਇਆ ਸੀ। ਪਰ ਸ਼ੈਤਾਨ ਪਰਤਾਵਾ ਲੈ ਕੇ ਆਇਆ ਤੇ ਉਸ ਪਰਤਾਵੇ ਦੇ ਵਿੱਚ ਕੀ ਹੋ ਗਏ? ਉਹ ਫਸ ਗਏ। ਹੁਣ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕੀ ਸੀ? ਆइए ਪੜ੍ਹਦੇ ਹਾਂ ਮੱਤੀ ਦੀ ਇੰਜੀਲ 6:13 ਜੋ ਰਬਾਨੀ ਦੁਆ ਪੜ੍ਹਦੇ ਅਸੀਂ। ਇਸ ਤੋਂ ਪਹਿਲਾਂ ਕਿ ਅਸੀਂ ਇਸ ਚੀਜ਼ ਨੂੰ ਖੋਲੀਏ, ਅਜਮਾਇਸ਼ ਦੇ ਵਿੱਚ ਪਰਮੇਸ਼ਰ ਤੁਹਾਡੀ ਕਿਸੇ ਗੱਲ ਦੇ ਉੱਤੇ, ਗਲਤੀ ਦੇ ਉੱਤੇ ਉਂਗਲੀ ਰੱਖਦਾ, ਪੁਆਇੰਟ ਕਰਦਾ। ਪਰਮੇਸ਼ਰ ਨੇ ਤੁਹਾਡੀ ਕੋਈ ਗਲਤੀ ਨੋਟ ਕੀਤੀ ਆ, ਪਰਮੇਸ਼ਰ ਨੇ ਤੁਹਾਡਾ ਕੋਈ ਪਾਪ ਦੇਖਿਆ, ਪਰਮੇਸ਼ਰ ਨੇ ਉਸ ਪਾਪ ਤੇ ਉਂਗਲ ਰੱਖੀ ਕਿ ਇਸ ਗਲਤੀ ਨੂੰ ਆਪਣੇ ਜੀਵਨ ਚੋਂ ਬਾਹਰ ਕੱਢੋ। ਉਹ ਹੈ ਅਜਮਾਇਸ਼। ਧਿਆਨ ਨਾਲ ਸੁਣੋ, ਮੈਂ ਪਹਿਲਾਂ ਕਿਹਾ ਸੀ ਇਹ ਵਿਸ਼ਾ ਥੋੜਾ ਜਿਹਾ ਔਖਾ ਆ, ਇਸ ਕਰਕੇ ਇਹਨੂੰ ਧਿਆਨ ਦੇ ਨਾਲ ਸੁਣਨਾ ਔਰ ਸਮਝਣਾ ਜ਼ਰੂਰੀ ਆ। ਅਜਮਾਇਸ਼ ਦੇ ਵਿੱਚ ਪਰਮੇਸ਼ਰ ਕੀ ਕਰਦਾ? ਤੁਹਾਡੀ ਕਿਸੇ ਗਲਤੀ ਦੇ ਉੱਤੇ ਪੁਆਇੰਟ ਕਰਦਾ ਕਿ ਇਸ ਚੀਜ਼ ਨੂੰ ਆਪਣੇ ਜੀਵਨ ਚੋਂ ਕੀ ਕਰ? ਬਾਹਰ ਕੱਢ। ਪਰ ਪਰਤਾਵਾ ਕੀ ਕਹਿੰਦਾ? ਕਿ ਇਸ ਚੀਜ਼ ਦਾ ਵਿਰੋਧ ਕਰ ਤੇ ਇਹਨੂੰ ਫੜੀ ਰੱਖ। ਪਰਮੇਸ਼ਰ ਕਹਿੰਦਾ ਇਸ ਚੀਜ਼ ਨੂੰ ਬਾਹਰ ਕੱਢ, ਇਹ ਆ ਅਜਮਾਇਸ਼। ਪਰਤਾਵਾ ਕਹਿੰਦਾ ਕੋਈ ਗੱਲ ਨਹੀਂ, ਕੋਈ ਨਾ ਸੀਰੀਅਸ ਮੈਟਰ ਨਹੀਂ ਆ, ਇਸ ਚੀਜ਼ ਨੂੰ ਫੜੀ ਰੱਖ ਤੇ ਵਿਰੋਧ ਕਰ। ਪੜ੍ਹੀਏ ਜਰਾ ਮੱਤੀ ਦੀ ਇੰਜੀਲ 6:13। ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ। ਯਿਸੂ ਮਸੀਹ ਕਹਿੰਦਾ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਾਈ ਤੋਂ ਬਚਾ। ਹਾਂ, ਪਰਤਾਵੇ ਵਿੱਚ ਨਾ ਲਿਆ ਮਤਲਬ ਪਰਤਾਵੇ ਚ ਆ ਕੇ ਬੁਰਾਈ ਹੋਵੇਗੀ। ਇਸ ਕਾਰਨ ਜਦੋਂ ਉਹ ਪਹਿਲੀ ਦੁਆ ਚੇਲਿਆਂ ਨੂੰ ਸਿਖਾਈ ਗਈ ਸੀ, ਉਹਦੇ ਵਿੱਚ ਇਹ ਇੱਕ ਲਫ਼ਜ਼, ਇਹ ਲਾਈਨ ਜੋੜੀ ਗਈ ਸੀ ਕਿ ਅਜਮਾਇਸ਼ ਆਵੇਗੀ। ਅਸੀਂ ਦੁਆ ਕਰਦੇ ਸੀ, ਮੈਂ ਕਈ ਲੋਕਾਂ ਕੋਲ ਸੁਣਦਾ ਵਾਂ ਕਿ ਉਹ ਕਹਿ ਦਿੰਦੇ ਨੇ ਅਜਮਾਇਸ਼ ਤੋਂ ਬਚਾ। ਅਜਮਾਇਸ਼ ਤੋਂ ਬਚਾ ਕਹਿਣ ਤੋਂ ਤੁਸੀਂ ਕੀ ਕਰ ਰਹੇ ਹੋ? ਅਸੀਂ ਅੱਗੇ ਨਹੀਂ ਵਧਣਾ ਚਾਹੁੰਦੇ। ਅਜਮਾਇਸ਼ ਜ਼ਰੂਰੀ ਆ। ਅਜਮਾਇਸ਼ ਨਹੀਂ ਆਏਗੀ, ਤੁਸੀਂ ਪਾਸ ਨਹੀਂ ਹੋਵੋਗੇ, ਤੁਸੀਂ ਅੱਗੇ ਨਹੀਂ ਵਧੋਗੇ। ਅਜਮਾਇਸ਼ ਤੋਂ ਨਹੀਂ ਬਚਣਾ, ਅਜਮਾਇਸ਼ ਤੋਂ ਬਾਅਦ ਆਉਣ ਵਾਲੇ ਪਰਤਾਵਿਆਂ ਤੋਂ ਬਚਣਾ ਆ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਪਰਤਾਵਿਆਂ ਤੋਂ ਕੀ ਕਰੋ? ਪਰਮੇਸ਼ਰ ਸਾਨੂੰ ਬਚਾਇਓ, ਕਿਉਂਕਿ ਪਰਤਾਵੇ 'ਚ ਜਦੋਂ ਪਰਤਾਵਾ ਸਾਡੇ ਤੇ ਆਏਗਾ ਅਸੀਂ ਪਾਪ ਕਰ ਸਕਦੇ ਹਾਂ। ਪਰ ਪ੍ਰਭੂ ਯਿਸੂ ਮਸੀਹ ਨੇ ਇਹ ਸਾਰੇ ਪਰਤਾਵੇ ਚੱਲੇ ਸੀ। ਜਦੋਂ ਤੁਸੀਂ ਪੜ੍ਹਦੇ ਮੱਤੀ 4:1 ਲਿਖਿਆ, ਉਹ ਉਜਾੜ 'ਚ ਗਿਆ ਕਿ ਸ਼ੈਤਾਨ ਤੋਂ ਕੀ ਕੀਤਾ ਜਾਵੇ, ਔਰ ਲਿਖਿਆ 40 ਦਿਨ ਸ਼ੈਤਾਨ ਉਹਨੂੰ ਕੀ ਕਰਦਾ ਰਿਹਾ? ਪਰਤਾਉਂਦਾ ਵੀ ਰਿਹਾ, ਪਰ ਉਹਦੇ ਵਿੱਚ ਕੋਈ ਗਲਤੀ ਜਾਂ ਉਹਨੂੰ ਉਹਦੇ ਮਕਸਦ ਤੋਂ ਭਟਕਾ ਨਹੀਂ ਸਕਿਆ। ਪਰਤਾਵਾ ਕੀ ਆ? ਅਜਮਾਇਸ਼ ਹੈ, ਤੁਹਾਨੂੰ ਇੱਕ ਟਾਰਗੇਟ ਦਿੱਤਾ। ਅਜਮਾਇਸ਼ ਦਾ ਮਤਲਬ ਤੁਹਾਨੂੰ ਇੱਕ ਨਿਸ਼ਾਨਾ ਦਿੱਤਾ, ਤੁਹਾਨੂੰ ਇੱਕ ਟਾਰਗੇਟ ਦਿੱਤਾ। ਪਰਤਾਵਾ ਆਏਗਾ ਕਿ ਤੁਹਾਨੂੰ ਤੁਹਾਡੇ ਨਿਸ਼ਾਨੇ ਤੋਂ ਕੀ ਕਰ ਦੇਵੇ? ਭਟਕਾ ਦੇਵੇ, ਤੁਹਾਨੂੰ ਤੁਹਾਡੇ ਮਕਸਦ ਤੋਂ ਭਟਕਾ ਦੇਵੇ। ਅਜਮਾਇਸ਼ ਤੁਹਾਨੂੰ ਤੁਹਾਡੇ ਨਿਸ਼ਾਨੇ ਵੱਲ ਲੈ ਕੇ ਜਾਣਾ ਚਾਹੁੰਦੀ ਆ, ਪਰ ਪਰਤਾਵਾ ਤੁਹਾਨੂੰ ਤੁਹਾਡੇ ਨਿਸ਼ਾਨੇ ਤੋਂ ਭਟਕਾਉਣਾ ਚਾਹੁੰਦਾ ਆ। ਹੁਣ ਅਜਮਾਇਸ਼ ਕੀ ਕਹਿੰਦੀ ਆ? ਟੈਸਟ ਜਾਂ ਅਜਮਾਇਸ਼ ਕੀ ਕਹਿੰਦੀ ਆ? ਪਰਖ ਕੀ ਕਹਿੰਦੀ ਆ? ਕਿ ਜ਼ਿੰਮੇਵਾਰੀ ਨਾਲ ਵਿਵਹਾਰ ਕਰੋ, ਜ਼ਿੰਮੇਦਾਰ ਬਣੋ। ਪਰ ਉਸ ਸਭ ਦੇ ਵਿੱਚ ਪਰਤਾਵਾ ਆ ਕੇ ਕੀ ਕਹਿੰਦਾ? ਕਹਿੰਦਾ ਲਾਪਰਵਾਹ ਹੋ ਤੇ ਭੱਜ ਜਾਓ। ਅਜਮਾਇਸ਼ ਕੀ ਕਹਿੰਦੀ ਆ? ਜ਼ਿੰਮੇਵਾਰ ਬਣੋ,
एक जिम्मेवार मसीही बनो, एक जिम्मेवार विश्वासी बनो। पर परतावा कहता लापरवाह होके निकल जाओ। अजमाइश कहती आ, परख कहती आ अपनियां इच्छावां दा बलिदान करो। जिस तरह रोमी च लिखिया, मैं मसीही दी रहमतां दी खातर तुहाडे की करदा हां, कहंदा बेनती करदा हां कि तुसीं अपने आप नूं जिउंदा, पवित्र ते परमेश्वर नूं भाउंदा बलिदान करके की कर दो। अजमाइश कहती आ अपनियां इच्छावां दा बलिदान करो, पर परतावा कहंदा अपनी मर्जी पूरी करो। याद रखो ये दो फर्क ने अजमाइश दे विच और परतावे दे विच। जदों तुसी अजमाइश दे अधीन रहिंदे हो ना, तुसी मसीह दे कद दे अंदाज तक वधदे जाओगे। जदों तुसी अपनी अजमाइशां च खरे उतरदे आओगे, जिहदे बारे परमेश्वर दे वचन च कहा, जदों जदों वो मैनूं परतावे ते मैं सोने वांगू की निकला, खरा ही निकला। जदों जदों तुसी अजमाइशां दे अधीन रहिंदे हो, तुसी आत्मिक कद च वधदे हो, पर जदों तुसी परतावे दे सामने झुक जांदे हो, वो तुहानूं एक बच्चा ही बनाई रखदा, एक पैरालाइज मसीही बनाई रखदा आ। इस कारण परमेश्वर ने कहा सी, इस कारण प्रभु यीशु मसीह ने कहा सी, सानू परतावे तो बचावी। मेरे प्यारिओ, वचन जदों तुहाडे जीवन च आउणगे, तुसी वचनां नूं मनण दे लई अपना मन तैयार करोगे, अपना मन बनाओगे, पर शैतान नाल नाल परतावे लैके आएगा कि तुसी उन्हां वचनां नूं पूरा ना कर पवो। वो परतावे होणगे शरीरक परतावे, वो परतावे होणगे मानसिक परतावे, वो परतावे होणगे आत्मिक परतावे। शक पैदा करेगा तुहाडे दिमाग विच, इस संसार दीयां वाधू चिंता भरेगा, तुहानूं शरीरक तौर ते पापी बनावेगा कि तुसी सिर्फ इन्हां तिन्हां चीज़ां च फस के अपने उस मकसद नूं, जिस मकसद नूं पूरा करन दे लई अजमाइशां, टैस्ट जां परख तुहाडी मदद कर रहे ने, उन्हां परखां दे विच चीटिंग करके तुसी उस मकसद तो की हो जावो। साडे टैस्ट कोई आम नहीं लै रहा, साडे टैस्ट सर्वशक्तिमान परमेश्वर चैक कर रहा, उन्होंने असी धोखा नहीं दे सकते। इस कारण अपने आत्मिक जीवन का ध्यान रखो। ये क्लास औखी आ, इस कारण अज मैं थोड़ा दस रहा कि तुहानूं समझ आवे। वीरवार फिर 11 बजे दूसरा भाग लैके आवांगे कि अजमाइशां और परतावे हुंदे की ने। मैं आस करदा ये छोटी जी क्लास तो जिन्ना कि परमेश्वर ने मैनूं समझाउण दा ज्ञान दिता, जां जिन्ना कि परमेश्वर ने समझाउण दी बुद्ध दिती आ, समझाउण दे योग होया मैं। और मैं आस करदा तुसीं समझे होवोगे कि परतावा और अजमाइश हुंदी की आ। अजमाइश है तुहाडा टैस्ट, परतावा कहंदा चीटिंग कर, नकल मार, असी ईमानदार हो के चलना आ। परतावा कहंदा कुछ मिक्स करके, कुछ थोड़ी बहुत चीटिंग करके अगे वधदा जा। ये सब करदियां होया ही असी अपने आप नूं जे मसीही कहने आ, असी हजे तक बच्चे हैं, छोटे, असी पैरालाइज हो चुके हो मसीही हाँ, असी कदे भी अगे नहीं वध सकते। इस करके मेरे प्यारिओ, अपने आत्मिक जीवना का ध्यान रखो, अपने आत्मिक जीवना का ख्याल रखो। अजमाइशां का आउणा जरूरी आ, पर अजमाइशां दे विच, टैस्टां दे विच टैंपटेशन च फस के, परतावे च फस के पाप करना भयानक आ। इस भयानक पापां तो बचे रहिए। तो आइए सब इन्हां वचनां दे लई और अपने आप दे लई प्रार्थना करना। प्रभु तेरे ये वचन मैनूं समझ आउण, तेरे वचन मैनूं पिता जी ये समझ आउण, मैं इन्हां ते चलां। अजमाइशां आउणगियां, टैस्ट होणगे, टैस्टां दा होना जरूरी आ, क्योंकि वचन च लिखिया परमेश्वर धर्मी नूं की करदा आ, परखदा आ। परमेश्वर धर्मी नूं परखदा, परमेश्वर दा परखना काम आ, पर परमेश्वर परतावे च नहीं लैके आउंदा, जिहदे बारे याकूब कहंदा कि तुसी परतावा की हुंदा तुहाडे ते खुद आउंदा। फिर कहंदा तुसी तां ही फसदे हो। जदों इच्छा गर्भणी हुंदी आ ते जदों पाप अपने पूरे वित नूं पुजदा ते फिर वो मौत नूं जन्म दिंदा आ। जे तुसी पाप कर लैंदे हो, फिर पाप दी सज़ा जो मौत है तुहाडे उत्ते लागू हो जाती है। तो आइए प्रार्थना करिए। परमेश्वर जद जद तू मैनू परखें, तेरा काम है धर्मी नूं परखना, तो मैं सोने वांगू खरा निकला।
मैं बेईमानी ना करा, मैं परतावा मेरे जीवन च चीटिंग करने की कोशिश करेगा, परतावा मेरे जीवन च चीटिंग लैके आएगा, पर उस चीटिंग तो उन्होंने बुरियां आदतों तो मैं बचा पिता और पाप करके डिगण तो बच जावां, एक स्थिर एक पक्का विश्वासी बन के तेरे पीछे चला। हालेलुया। प्रार्थना करिए सब थोड़ी देर। हालेलुया। धन्यवाद हो, धन्यवाद हो पिता परमेश्वर, अज दे तेरे इन्हां वचनां दे लई तेरा धन्यवाद, इन्हां वचनां ते चलण दे लई, इन्हां समझण लई तू बल बख्श पिता। हालेलुया, धन्यवाद। तो आइए सब मिलके गीत नंबर 157, मसीही जीवन में तुम आगे बढ़ना, खुशी हो जा आंसू मगर तुम न डरना। 157। मसीही जीवन में तुम आगे बढ़ना, खुशी हो जा आंसू मगर तुम ना डरना। मसीही जीवन में तुम आगे बढ़ना, खुशी हो जा आंसू मगर तुम ना डरना। हुआ है सवेरा घटाओं के बाद, मिली है ये आशा निराशा के बाद। हुआ है सवेरा घटाओं के बाद, मिली है ये आशा निराशा के बाद। ये बादल जो गम के ढल गए हैं, टूटे हुए दिल अब मिल गए हैं। ये बादल जो गम के ढल गए हैं, टूटे हुए दिल अब मिल गए हैं। गाओ खुशी से अब किस से डरना, मसीही जीवन में तुम आगे बढ़ना, खुशी हो या आंसू मगर तुम ना डरना। मसीही जीवन में तुम आगे बढ़ना, मसीह हो जा आंसू मगर तुम ना डरना। कभी जो बहे थे तुम्हारे ये आंसू, दर्द दिलों की जुबां के ये आंसू। कभी जो बहे थे तुम्हारे ये आंसू, दर्द दिलों की जुबां के ये आंसू। वो टूटे दिलों की कहानी के आंसू, बहाओ तुम अब खुशी के आंसू। वो टूटे दिलों की कहानी के आंसू, बहाओ तुम अब खुशी के ये आंसू। वो गम का जो दरिया खुशी का है झरना, मसीही जीवन में तुम आगे बढ़ना, खुशी हो जा आंसू मगर तुम ना डरना। मसीही जीवन में इन आजमाइशां च अगे बढ़ते जाइए, परतावियां च ना पै के मसीह जीवन च अगे बढ़िए। ना डरना जो मुश्किल है आती राहों में तेरी, मसीह की सलीब सहारा है तेरी। जो मुश्किल है आती राहों में तेरी, मसीह की सलीब सहारा। ये मुश्किल थोड़े दिनों के लिए है, हमेशा का जीवन तेरे लिए है। ये मुश्किल थोड़े दिनों के लिए है, हमेशा का जीवन तेरे लिए है। सबको सुनाना खुशी का
तराना मसीह। जीवन में तुम आगे बढ़ना, खुशी हो या आंसू मगर तुम ना डरना मसीह। जीवन में तुम आगे बढ़ना, खुशी हो या आंसू मगर तुम ना डरना। जो मुश्किल है आती राहों में तेरी, मसीह की सलीब सहारा है तेरी। जो मुश्किल है आती राहों में तेरी, मसीह की सलीब सहारा। ये मुश्किल थोड़े दिनों के लिए है, हमेशा का जीवन तेरे लिए है। ये मुश्किल थोड़े दिनों के लिए है, हमेशा का जीवन तेरे लिए है। सबको सुनाना खुशी का तराना मसीही। जीवन में तुम आगे बढ़ना, खुशी हो या आंसू मगर तुम ना डरना मसीही। जीवन में तुम आगे बढ़ना, खुशी हो या आंसू मगर तुम ना डरना। हालेलुया। आइए प्रार्थना करांगे। सर्वशक्तिमान पिता परमेश्वर, तेरा धन्यवाद हो ਅੱਜ ਦੇ ਇਸ ਬਹੁਤ ਹੀ ਸੁੰਦਰ ਸਮੇਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਇੱਕ ਵਾਰ ਪਿਤਾ ਜੀ ਫੇਰ ਤੂੰ ਸਾਨੂੰ ਆਪਣੇ ਕਦਮਾਂ ਦੇ ਵਿੱਚ ਲੈ ਕੇ ਆਏ, ਪ੍ਰਾਰਥਨਾ ਕੀਤੀ, ਤੇਰੀ ਸਤੁਤੀ ਦੇ ਗੀਤ ਗਾਏ ਔਰ ਸਭ ਤੋਂ ਵੱਧ ਕੇ ਤੇਰੇ ਵਚਨਾਂ ਨੂੰ ਸੁਣਿਆ। ਪਿਤਾ ਤੇਰੇ ਵਚਨਾਂ ਦੇ ਅੱਜ ਸਾਨੂੰ ਸਮਝਾਇਆ, ਚਾਹੇ ਖੁਸ਼ੀ ਹੋਵੇ, ਚਾਹੇ ਗਮ ਹੋਣ, ਚਾਹੇ ਆਂਸੂ ਹੋਣ, ਅਸੀਂ ਮਸੀਹੀ ਜੀਵਨ 'ਚ ਅੱਗੇ ਹੀ ਵਧਣਾ ਹੈ ਪਿਤਾ। ਔਰ ਇਸ ਮਸੀਹੀ ਜੀਵਨ 'ਚ ਅੱਗੇ ਵਧਣ ਦੇ ਵਿੱਚ ਪਿਤਾ ਪਰਤਾਵੇ ਸਾਨੂੰ ਰੋਕਦੇ ਨੇ। ਅਸੀਂ ਹਰ ਪਰਤਾਵੇ ਤੋਂ ਬਚ ਕੇ, ਸ਼ੈਤਾਨ ਦੇ ਹਰ ਪ੍ਰਲੋਭਨ ਤੋਂ ਬਚ ਕੇ, ਸ਼ੈਤਾਨ ਦੇ ਹਰ ਸ਼ੱਕ, ਸ਼ੈਤਾਨ ਦੇ ਹਰ ਦਿੱਤੇ ਲਾਲਚ ਤੋਂ ਬਚ ਕੇ ਪਿਤਾ ਆਪਣੇ ਇਸ ਮਸੀਹੀ ਜੀਵਨ, ਮਸੀਹੀ ਸਫ਼ਰ ਦੇ ਵਿੱਚ ਅੱਗੇ ਵਧਦੇ ਜਾਈਏ। ਪਿਤਾ ਮੈਂ ਪ੍ਰਾਰਥਨਾ ਕਰਦਾ ਜਿੰਨਿਆਂ ਵੀ ਤੇਰੇ ਬੱਚਿਆਂ ਨੇ ਅੱਜ ਤੇਰਾ ਜਿਉਂਦਾ ਵਚਨ ਸੁਣਿਆ, ਸਭਨਾਂ ਦੇ ਲਈ ਇਹ ਤਾਕਤ ਦਾ ਸਰੋਤ ਬਣ ਜਾਏ ਪਿਤਾ। ਇਹ ਤਾਕਤ ਦੇਣ ਵਾਲੇ ਤੇਰੇ ਵਚਨ, ਜਿਉਂਦੇ ਵਚਨ ਅਸੀਂ ਸੁਣੇ ਨੇ, ਇਹਨਾਂ ਵਚਨਾਂ ਦੁਆਰਾ ਅਸੀਂ ਹੋਰ ਵੀ ਤਾਕਤਵਾਨ ਹੋ ਕੇ, ਹੋਰ ਵੀ ਬਲਵੰਤ ਹੋ ਕੇ ਤੇਰੇ ਵਿੱਚ ਅੱਗੇ ਵਧਦੀ ਜਾਈਏ ਪਿਤਾ। ਫਿਰ ਦੁਬਾਰਾ ਜਦੋਂ ਅਸੀਂ ਤੇਰੇ ਕਦਮਾਂ 'ਚ ਬੈਠੀਏ, ਇਸ ਤਰ੍ਹਾਂ ਤੁਸੀਂ ਆਪਣੇ ਵਚਨਾਂ ਦੁਆਰਾ ਪਿਤਾ ਸਾਡੇ ਨਾਲ ਗੱਲ ਕਰੋ। ਅੱਜ ਤੱਕ ਸੰਭਾਲਿਆ, ਮਦਦ ਕੀਤੀ, ਸਭ ਗੱਲਾਂ ਲਈ ਤੇਰਾ ਧੰਨਵਾਦ। ਗਾਂ ਵੀ ਆਪਣੇ ਆਪ ਨੂੰ, ਸਭ ਗੱਲਾਂ ਨੂੰ, ਇੱਕ ਇੱਕ ਚੀਜ਼ ਨੂੰ ਤੁਹਾਡੇ ਜੋਰਾਵਰ ਹੱਥਾਂ ਸੌਂਪਦੇ। ਸਾਰੀ ਵਿਸ਼ਵਾਸੀਆਂ ਨੂੰ, ਸਭ ਕਲੀਸੀਆਂ ਨੂੰ, ਜੋ ਤੇਰੇ ਬੱਚੇ ਮੋਬਾਈਲ ਦੇ ਦੁਆਰਾ ਇਹਨਾਂ ਵਚਨਾਂ ਨੂੰ ਸੁਣ ਲਏ, ਇਹਨਾਂ ਨੂੰ ਵੀ ਤੇਰੇ ਜੋਰਾਵਰ ਹੱਥਾਂ ਸੌਂਪਦੇ। ਤੇਰੇ ਬੇਟੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ, 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 ਹਾਲੇਲੂਇਆ। ਸਭ ਨੂੰ ਜੈ ਮਸੀਹ ਕੀ। ਪ੍ਰਭੂ ਦਾ ਧੰਨਵਾਦ ਹੋ। ਫਿਰ ਵੀਰਵਾਰ ਅਸੀਂ 11 ਵਜੇ ਵਚਨ ਲੈ ਕੇ ਆਵਾਂਗੇ। ਤੋ ਵੀਰਵਾਰ ਠੀਕ 11 ਵਜੇ ਤੁਸੀਂ ਫਿਰ ਇਸ ਅਗਲੇ ਭਾਗ ਨੂੰ ਤੁਸੀਂ ਸੁਣ ਸਕਦੇ ਹੋ, ਸਿੱਖ ਸਕਦੇ ਹੋ ਕਿ ਕਿਸ ਤਰ੍ਹਾਂ ਅਜਮਾਇਸ਼ਾਂ ਔਰ ਪਰਖਾਂ 'ਚ ਅੰਤਰ ਕੀ ਆ, ਅਜਮਾਇਸ਼ ਕੀ ਆ ਔਰ ਪਰਤਾਵਾ ਕੀ ਆ। ਅਜਮਾਇਸ਼ ਕੀ ਕਰਦੀ ਆ ਔਰ ਪਰਤਾਵਾ ਕੀ ਕਰਦਾ। ਇਹਨਾਂ ਚੀਜ਼ਾਂ ਨੂੰ ਸਿੱਖਦੇ ਰਹੀਏ, ਪਰਮੇਸ਼ਰ ਦੇ ਵਚਨਾਂ 'ਤੇ ਚੱਲਦੇ ਰਹੀਏ ਔਰ ਆਤਮਿਕ ਜੀਵਨ 'ਚ ਵੱਧਦੇ ਰਹੀਏ। ਚਾਹੇ ਖੁਸ਼ੀ ਆ, ਚਾਹੇ ਗਮ ਆ, ਮਸੀਹ ਦੀ ਸਲੀਬ ਤੁਹਾਡਾ ਸਹਾਰਾ ਆ। ਤਦ ਤੱਕ ਦੇ ਲਈ ਪਰਮੇਸ਼ਰ ਸਾਰਿਆਂ ਨੂੰ ਸੰਭਾਲੇ। ਸਭ ਨੂੰ ਜੈ ਮਸੀਹ ਦੀ।